ਮਿੰਟੂ ਜੀ, ਇਹ ਦੱਸਿਓ ਵੀ ਕੁਝ ਦਿਨਾਂ ਤੋਂ ਧਰਮ ਪਰਿਵਰਤਨ ਦਾ ਉਬਾਲ ਜਿਹਾ ਆਇਆ ਹੋਇਆ। ਗੱਲਾਂ ਤੇ ਵੈਸੇ ਪਹਿਲਾਂ ਵੀ ਸੁਣਨ ਨੂੰ ਮਿਲਦੀਆਂ ਰਹਿੰਦੀਆਂ ਨੇ, ਪਰ ਜਿਹੜਾ ਬੇਅਦਬੀ ਵਾਲਾ ਇਸ਼ੂ ਹੈ, ਇੰਜ ਲੱਗਦਾ ਵੀ ਉਹ ਮੋੜਾ ਕੱਟ ਗਿਆ ਤੇ ਧਰਮ ਪਰਿਵਰਤਨ ਵਾਲੇ ਪਾਸੇ ਨੂੰ ਗੱਲ ਤੁਰੀ ਹੋਈ ਹੈ। बिल्कुल, वो किसी ने किया ना कि जिसके कारण फसाद होते हैं उसका कोई अता पता ही नहीं है। तो गल ਇਹ ਆ ਕਿ ਰੱਬ ਦੇ ਨਾਮ ਤੇ ਜੋ ਹੁੰਦਾ ਹੈ ਉਹ ਸਭ ਨੂੰ ਪਤਾ ਹੈ ਕਿ ਉਹਦੀਆਂ ਜਾਂ ਧਰਮ ਦੀਆਂ ਜਿਹੜੀਆਂ ਸਿੱਖਿਆਵਾਂ ਨੇ ਉਹ ਕਿੰਨੀਆਂ ਕੁ ਅਮਲ ਚ ਆਉਂਦੀਆਂ। ਤਾਂ ਖੈਰ ਦੇਖੋ, ਜਿਹੜਾ ਉਬਾਲ ਸੀਗਾ ਉਹ ਵਾਕਿਆ ਬੇਅਦਬੀਆਂ ਵੱਲ ਇੱਕ ਤਰ੍ਹਾਂ ਨਾਲ ਮੋੜਾ ਕੱਟ ਗਿਆ। ਕਾਰਨ ਇਹ ਆ ਕਿ ਚਰਚ ਦੇ ਵਿੱਚ ਬੇਅਦਬੀ ਹੋ ਜਾਂਦੀ ਹੈ। ਠੱਕਰਪੁਰ ਪਿੰਡ ਆ ਪੱਟੀ ਦੇ ਕੋਲ, ਉੱਥੇ ਰਾਤ ਨੂੰ ਕੁਝ ਵਿਅਕਤੀ ਉਹਦੇ ਚ ਦਾਖਲ ਹੁੰਦੇ ਨੇ ਚਰਚ ਦੇ ਵਿੱਚ, ਗਾਰਡ ਨੂੰ ਬੰਨ ਦਿੰਦੇ ਨੇ ਪਿਸਟਲ ਦਿਖਾ ਕੇ। ਫਿਰ ਉਸ ਤੋਂ ਬਾਅਦ ਜੋ ਪ੍ਰਭੂ ਯੀਸ਼ੂ ਮਸੀਹ ਉਹਦੀ ਮੂਰਤੀ ਖੰਡਿਤ ਕੀਤੀ ਜਾਂਦੀ ਹੈ, ਮਦਰ ਮਰੀਅਮ ਦੀ। ਉਹ ਫਿਰ ਇੱਕ ਤਾਂ ਸਿਰ ਵੀ ਲੈ ਜਾਂਦੇ ਨੇ ਮੂਰਤੀ ਦਾ। ਉਹ ਸਾਰਾ ਕੁਝ CCTV ਦੇ ਵਿੱਚ ਕੈਦ ਆ। ਤਾਂ ਉਸ ਤੋਂ ਬਾਅਦ ਫਿਰ ਉਸ ਇਲਾਕੇ ਦੇ ਵਿੱਚ ਤਣਾਅ ਫੈਲ ਜਾਂਦਾ। ਈਸਾਈ ਭਾਈਚਾਰੇ ਦੇ ਬਹੁਤ ਸਾਰੇ ਲੋਕ ਆ ਕੇ ਸੜਕ ਤੇ ਬੈਠ ਜਾਂਦੇ ਨੇ। ਸੜਕ ਤੇ ਬੈਠ ਜਾਂਦੇ ਆ। ਪ੍ਰਸ਼ਾਸਨ ਉਹਨਾਂ ਨੂੰ ਸਮਝਾ ਬੁਝਾ ਕੇ ਇੱਕ ਵਾਰੀ ਪਾਸੇ ਤੇ ਕਰ ਦਿੰਦਾ, ਪਰ ਮਾਹੌਲ ਤਲਖੀ ਵਾਲਾ ਹੈ। ਕਿਉਂਕਿ ਆਪਾਂ ਇਹ ਦੇਖਿਆ ਵਾ ਕਿ ਕੁਝ ਸਮੇਂ ਤੋਂ, ਚਾਹੇ ਉਹਦੇ ਚ ਕਈ ਆਸਪੈਕਟ ਨੇ ਕਹਾਣੀ ਦੇ, SGPC ਚੋਣ ਉਹਦੇ ਚ ਇੱਕ ਪ੍ਰਮੁੱਖ ਹੈ। RSS ਜਿਵੇਂ ਮੁਸਲਮਾਨਾਂ ਪ੍ਰਤੀ ਜਾਂ ਈਸਾਈਆਂ ਪ੍ਰਤੀ ਇੱਕ ਸੋਚ ਰੱਖ ਕੇ ਚੱਲਦਾ ਹੈ, ਉਹ ਸਭ ਨੂੰ ਪਤਾ ਹੈ। RSS ਦੇ ਮੁੱਖ ਲੀਡਰ RP ਸਿੰਘ ਨੇ ਤੇ ਇਹ ਮੁੱਦਾ ਚੁੱਕਿਆ ਸੀ ਪੰਜਾਬ ਦੀ ਕਨਵਰਜ਼ਨ ਦਾ ਬੀਤੇ ਦਿਨੀ। ਤਾਂ ਫਿਰ ਉਸ ਤੋਂ ਬਾਅਦ ਹੀ ਇੱਕ ਸਿਲਸਿਲੇਵਾਰ ਤਰੀਕੇ ਨਾਲ ਇਹ ਗੱਲ ਅੱਗੇ ਵੱਧਦੀ ਆ। ਤਾਂ ਤੀਜਾ ਪੱਖ ਹੈ ਕਨਵਰਜ਼ਨ। ਉਹ ਹੈ, ਉਹ ਸੱਚ ਆ ਕਿ ਇਹਨਾਂ ਦੇ ਕੁਝ ਬੰਦੇ ਇਸ ਤਰ੍ਹਾਂ ਭਰਮ ਫੈਲਾ ਕੇ ਕੁਝ ਇਸ ਤਰ੍ਹਾਂ ਦਾ ਪ੍ਰਚਾਰ ਕਰਕੇ, ਕਿਉਂਕਿ ਹੁਣ ਲੋਕ ਵੀ ਅੱਗੇ ਆ ਰਹੇ ਆ ਕਿ ਬਿਮਾਰ ਸ਼ਮਾਰ ਜਾਂ ਗਰੀਬ ਗੁਰਬਾ ਹੈ ਜਿਹੜਾ, ਉਹਨਾਂ ਨੂੰ ਜਿੱਦਾਂ ਕਰੀਏ ਕਿ ਅੰਧ ਵਿਸ਼ਵਾਸ ਛਪਾ ਕੇ ਕਿ ਆਹ ਬਿਮਾਰੀ ਠੀਕ ਹੋ ਜਾਏਗੀ, ਆਹ ਸ਼ੈਤਾਨ ਨਿਕਲ ਜਾਏਗਾ, ਫਲਾਂ ਫਲਾਂ ਫਲਾਂ। ਉਹ ਸਾਰੀਆਂ ਚੀਜ਼ਾਂ ਜਿਹੜੀਆਂ ਸੀ ਉਹ ਰਲ ਗਈਆਂ ਹੁਣ ਹਾਲ ਦੀ ਘੜੀ। ਤਾਂ ਇਸ ਵੇਲੇ ਇੱਕ ਵੱਡੀ ਖਬਰ ਇਹ ਆ ਰਹੀ ਹੈ ਕਿ ਜੰਡਿਆਲਾ ਗੁਰੂ ਦੇ ਲਾਗੇ ਵੀ ਇੱਕ ਇਹਨਾਂ ਦਾ ਸਮਾਗਮ ਸੀ ਈਸਾਈਆਂ ਦਾ, ਉੱਥੇ ਵੀ ਕਾਫੀ ਆਮੋ ਸਾਹਮਣਾ ਹੋ ਗਿਆ। ਸਤਿਕਾਰ ਕਮੇਟੀ ਵਾਲੇ ਪਹੁੰਚੇ ਸਨ, ਤਾਂ ਉੱਥੇ ਵੀ ਇਹਨਾਂ ਦਾ ਸਮਾਗਮ ਟਲ ਗਿਆ। ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇਹ ਮੁੱਦਾ ਜਿਵੇਂ ਆਪਾਂ ਦੇਖਿਆ ਵਾ ਕਿ ਕਿਸੇ ਟਾਈਮ ਮੁਸਲਮਾਨ ਸਿੱਖ ਬਣ ਗਿਆ, ਕਿਸੇ ਟਾਈਮ ਹਿੰਦੂ ਸਿੱਖ ਬਣ ਗਿਆ। ਇਸ ਵੇਲੇ ਇਹ ਈਸਾਈ ਬਨਾਮ ਸਿੱਖ ਬਣਦਾ ਨਜ਼ਰ ਆ ਰਿਹਾ ਹੈ। ਤਾਂ ਜ਼ਿਆਦਾ ਨੁਕਸਾਨ ਨਾ ਹੋਵੇ, ਸੋਚਣਾ ਪਵੇਗਾ। ਹੁਣ ਦੋਨਾਂ ਹੀ ਕਮਿਊਨਿਟੀਆਂ ਨੂੰ ਸੋਚਣਾ ਪੈਣਾ, ਵਿਚਾਰਨਾ ਪੈਣਾ ਕਿ ਜਿਹੜੇ ਇਤਰਾਜ਼ ਨੇ, ਇਤਰਾਜ਼ ਦਾ ਇਹਤਰਾਮ ਕਰੋ ਭਾਈ, ਸਾਰੇ ਟਿਕ ਕੇ ਬੈਠੋ। ਪਰ ਇਹਦੇ ਚ ਇੱਕ ਚੀਜ਼ ਹੋਰ ਵੀ ਹੈ ਵਿਜੇ ਜੀ, ਕਿਉਂਕਿ ਦੇਖੋ ਭਾਜਪਾ ਜਿਸ ਤਰ੍ਹਾਂ ਦੀ ਰਾਜਨੀਤੀ ਕਰਦੀ ਹੋ, ਆਪਾਂ ਨੂੰ ਪਤਾ ਉਹਦਾ ਰੰਗ ਕੈਸਾ ਹੁੰਦਾ ਹੈ। ਤਾਂ ਗੱਲ ਇਹ ਆ ਕਿ ਦੋ ਫਿਰਕੇ ਜਾਂ ਦੋ ਮਜ਼ਹਬ ਜਦੋਂ ਆਮੋ ਸਾਹਮਣੇ ਹੁੰਦੇ ਆ ਤੇ ਕਈ ਵਾਰ ਸ਼ਰਾਰਤ ਤੀਸਰਾ ਵੀ ਕਰ ਜਾਂਦਾ ਹੈ। ਇਹ ਹੁਣ ਜਿਹੜੀ ਬੇਅਦਬੀ ਹੈ ਇਹਦੀ ਤਹਿ ਤੱਕ ਪਹੁੰਚਣਾ ਚਾਹੀਦਾ ਹੈ ਕਿ ਕੀ ਕੋਈ ਇੱਕ ਸਾਜ਼ਿਸ਼ਨ ਬੰਦਾ ਕੋਈ ਕਰਕੇ ਗਿਆ ਜਾਂ ਜਿਹੜੀ ਇਹ ਟਸਲ ਚੱਲ ਰਹੀ ਉਹਦਾ ਸਿੱਟਾ ਹੈ। ਆਪਾਂ ਕਿਸੇ ਸਿੱਟੇ ਤੇ ਪਹੁੰਚਣ ਤੋਂ ਪਹਿਲਾਂ ਇਸ ਗੱਲ ਦਾ ਜ਼ਰੂਰ ਧਿਆਨ ਰੱਖੀਏ, ਕਿਉਂਕਿ ਇਹੋ ਜੀ ਸ਼ਰਾਰਤਬਾਜ਼ੀ ਬਹੁਤ ਹੁੰਦੀ ਹੈ। ਔਰ ਇਹਦੀ ਇੱਕ ਮਿਸਾਲ ਇਹ ਆ ਕਿ ਸਵੇਰੇ ਤੜਕੇ ਜਿਵੇਂ ਇਹ ਖਬਰ ਆਉਂਦੀ ਹੈ, ਨਾਲ ਫਗਵਾੜੇ ਤੋਂ ਖਬਰ ਆ ਜਾਂਦੀ ਹੈ ਕਿ ਗੁਟਕਾ ਸਾਹਿਬ ਦੀ ਵੀ ਬੇਅਦਬੀ ਹੋ ਗਈ ਹੈ। ਸੋ ਇਸ ਕਰਕੇ ਬੜਾ ਸੁਹਿਰਦਤਾ ਦੇ ਨਾਲ, ਬੜਾ ਗੰਭੀਰਤਾ ਦੇ ਨਾਲ ਲੈਣ ਵਾਲਾ ਮਸਲਾ ਹੈ, ਕਿਉਂਕਿ ਪੰਜਾਬ ਜਿਹੜਾ ਆਪਾਂ ਇਸ ਤਰ੍ਹਾਂ ਦਾ ਇੱਕ ਖਿੱਤਾ ਮੰਨਦੇ ਹਾਂ ਜਿਹੜਾ ਪੀਸਫੁਲ ਆ, ਭਾਈਚਾਰਕ ਸਾਂਝ ਦੇ ਤੌਰ ਤੇ ਵੇਖੀਏ ਤਾਂ ਬਹੁਤ ਮਜ਼ਬੂਤ ਹੈ। ਸਦੀਆਂ ਤੋਂ ਇਹਦਾ ਇਹ ਖਾਸਾ ਰਿਹਾ ਹੈ ਕਿ ਲੋਕ ਇੱਥੇ ਮਿਲ ਕੇ ਬੈਠ ਕੇ ਵਰਤ ਕੇ ਇਹ ਜ਼ਿੰਦਗੀ ਨਿਭਾਉਂਦੇ ਆ। ਤਾਂ ਇਹ ਸਾਰਾ ਕੁਛ ਹੈ ਜਿਹੜਾ ਇਹ ਜ਼ਿਆਦਾ ਖਰਾਬ ਨਾ ਹੋਵੇ, ਇਹਦੇ ਵਾਸਤੇ ਸਾਰੀਆਂ ਧਿਰਾਂ ਨੂੰ ਸੋਚਣਾ ਪਏਗਾ ਆਪਣੀ ਥਾਂ ਤੇ ਬਾਈ ਜੇ ਸੋਚਣ ਕਿ ਪੰਜਾਬ 'ਚ ਰਹੀਏ ਵੀ ਤੇ ਅਸੀਂ ਫਸਾਦ ਵੱਲ ਨੂੰ ਵੀ ਉਤਰੀਏ, ਤਾਂ ਫਿਰ ਉਹਦਾ ਨਤੀਜਾ ਇਹ ਆ ਕਿ ਬੀਜ ਨਫ਼ਰਤ ਕੇ ਜੋ ਬੋ रहा है फल फसादों का वो भी खाएगा जी। ਇਹ ਨਤੀਜਾ ਮਾੜਾ ਹੋਏਗਾ। ਮਿੰਟੂ ਜੀ, ਸਿੱਧੂ ਮੂਸੇਵਾਲੇ ਦੇ 2 ਗੀਤ ਹੋਰ YouTube ਦੇ ਉੱਤੋਂ ਡਿਲੀਟ ਕਰ ਦਿੱਤੇ ਗਏ ਨੇ ਜੀ। ਹਾਂਜੀ, ਇੱਕ ਹੈਗਾ ਫੋਰਗੇਟ ਅਬਾਊਟ ਇਟ ਤੇ ਇੱਕ ਆਊਟਲਾ। ਇਹ ਕੁਛ ਗੀਤ ਸੀਗੇ। ਤਾਂ ਵੈਸੇ ਹੁਣ ਇੱਕ ਖਬਰ ਹੋਰ ਆ ਰਹੀ ਸੀਗੀ ਕਿ ਇੱਕ ਮਿਊਜ਼ਿਕ ਸਾਈਟ ਤੋਂ ਵੀ 295 ਨੂੰ ਛੱਡ ਕੇ ਬਾਕੀ ਸਾਰੇ ਜਿਹੜੇ ਟੇਪ ਦੇ ਗੀਤ ਆ ਉਹ ਰਿਮੂਵ ਕੀਤੇ ਗਏ ਨੇ। ਦਰਅਸਲ ਇਹਦੇ ਬਾਰੇ ਜਾਣਕਾਰੀ ਕੁਝ ਪ੍ਰਤੱਖ ਤੌਰ ਤੇ ਨਹੀਂ ਮਿਲ ਰਹੀ ਵਿਜੇ ਜੀ ਕਿ ਕੀ ਕਾਰਨ ਹੈ, ਕੋਈ ਇਤਰਾਜ਼ ਲੱਗਾ, ਕੀ ਗੱਲ ਹੋਈ ਆ। ਪਰ ਮੈਂ ਜਦੋਂ ਫੋਲਣਾ ਸਟਾਰਟ ਕੀਤਾ ਕਿ ਕਾਰਨ ਕੀ ਰਹੇ ਹੋਣਗੇ, ਤਾਂ ਇੱਕ ਨਿਊਜ਼ ਆਊਟਲੈਟ ਦੀ ਵੈਬਸਾਈਟ ਤੇ ਉਹ ਸਾਰਾ ਕੁਝ ਜ਼ਿਕਰ ਕੀਤਾ ਹੋਇਆ ਸੀ ਉਹਨਾਂ ਨੇ ਕਿ ਬਈ ਇਹ ਮਸਲਾ ਕਾਪੀਰਾਈਟ ਦਾ ਹੋਇਆ। ਕਾਪੀਰਾਈਟ ਜਾਂ ਜਿੱਦਾਂ ਕਿਸੇ ਨੇ ਦਾਅਵਾ ਕੀਤਾ, ਤਾਂ ਦਾਅਵਾ ਕਿਸ ਨੇ ਕੀਤਾ ਹੋ ਸਕਦਾ? ਫਿਰ ਸਿੱਧੂ ਦੀ ਫੈਮਿਲੀ ਨੇ,
ਵੈਸੇ ਤੇ ਜਿਹੜਾ ਉਹ ਗੀਤ ਅਗਲਾ ਰੋਕਿਆ ਹੈ ਸਲੀਮ ਵਾਲਾ, ਉਹਦੇ ਚ ਵੀ ਕਿਉਂਕਿ ਕੰਟਰੈਕਟ ਹੈ ਨਹੀਂ ਦੱਸਦੇ ਆ, ਕੰਟਰੈਕਟ ਨਹੀਂ ਸੀਗਾ। ਮੈਂ ਤੁਹਾਨੂੰ ਦੱਸਿਆ ਸੀ ਕਿ ਜੇ ਤਾਂ ਕੰਟਰੈਕਟ ਹੈਗਾ ਫਿਰ ਤਾਂ ਕੋਈ ਨਹੀਂ ਰੋਕ ਸਕਦਾ, ਜੇ ਕੰਟਰੈਕਟ ਨਹੀਂ ਹੈ ਤਾਂ ਰੁਕ ਜਾਏਗਾ ਜੀ। ਤਾਂ ਇੱਥੇ ਵੀ ਕੁਝ ਸੂਰਤ-ਹਾਲ ਇਸ ਤਰ੍ਹਾਂ ਦੀ ਹੈ ਕਿ ਦੱਸਦੇ ਆ ਕਿ ਕਥਿਤ ਤੌਰ ਤੇ ਇੱਕ ਦੋ ਬੰਦੇ ਜਿਹੜੇ ਨਾਮਜ਼ਦ ਕੀਤੇ ਗਏ ਆ ਸਿੱਧੂ ਮੂਸੇਵਾਲੇ ਦੇ ਫਾਦਰ ਦੀ ਸ਼ਿਕਾਇਤ ਤੋਂ ਬਾਅਦ, ਜਿਹੜੇ 뮤직 ਇੰਡਸਟਰੀ ਨਾਲ ਜੁੜੇ, ਕਿ ਉਹਨਾਂ ਦਾ ਹੀ ਚੈਨਲ ਸੀਗਾ ਜਿਹਦੇ ਤੇ ਗੀਤ ਚੱਲ ਰਹੇ ਸੀ। ਤੁਸੀਂ ਉਹਨਾਂ ਦੇ ਭਾਸ਼ਣ ਚੋਂ ਜਾਂ ਸੰਬੋਧਨ ਚ ਇੱਕ ਗੱਲ ਨੋਟ ਕੀਤੀ ਹੋਏਗੀ, ਜਦੋਂ ਬੋਲੇ ਸਨ ਤਾਂ ਉਹਨਾਂ ਨੇ ਕਿਹਾ ਸੀ ਸ਼ੁਰੂਆਤੀ ਦੌਰ ਦੇ ਵਿੱਚ ਸਿੱਧੂ ਦੇ ਜਿਹੜੇ ਬਹੁਤ ਨੇੜਲੇ ਸੀ ਉਹੀ ਦੁਸ਼ਮਣ ਬਣ ਗਏ ਜੀ। ਤਾਂ ਇਹ ਗੀਤ ਜੇ ਆਪਾਂ ਦੇਖੀਏ ਤਾਂ 19-20 ਚ ਆਏ ਸੀਗੇ ਸ਼ਾਇਦ, ਜੇ ਗਲਤ ਨਹੀਂ ਹੈ ਤਾਂ, ਮੈਂ ਪੱਕਾ ਮੈਨੂੰ ਯਾਦ ਨਹੀਂ ਹੈ। ਤਾਂ ਉਸ ਸਮੇਂ ਦੇ ਆਲੇ ਦੁਆਲੇ ਆਏ ਨੇ 20 ਦੇ ਕਰੀਬ ਕਹਿ ਲਓ। ਤਾਂ ਜਿਹੜਾ ਉਹ ਦੌਰ ਸੀ ਉਹੀ ਸਿੱਧੂ ਮੂਸੇਵਾਲੇ ਦੇ ਚਮਕਣ ਦਾ ਦੌਰ ਸੀਗਾ। ਇਸ ਚੀਜ਼ ਨੂੰ ਇਸ ਪੱਖ ਤੋਂ ਜੋੜਿਆ ਜਾ ਸਕਦਾ ਹੈ, ਹਾਲਾਂਕਿ ਪੱਕੇ ਕਾਰਨ ਨਹੀਂ ਹੈ, ਪਰ ਕੁਝ ਜਾਣਕਾਰੀ ਮਿਲ ਰਹੀ ਹੈ ਕਿ ਕਾਪੀਰਾਈਟ ਦਾ ਜਿਹੜਾ ਦਾਅਵਾ ਕੀਤਾ ਗਿਆ ਔਰ ਉਸ ਤੋਂ ਬਾਅਦ ਦੂਸਰਾ ਤੱਥ ਇਹਦੇ ਚ ਆਈਓ ਨਿਕਲ ਕੇ ਆ ਰਿਹਾ ਕਿ ਨਾਮਜ਼ਦਗੀ ਹੋਈ ਆ। ਤਾਂ ਨਾਮਜ਼ਦਗੀ ਜਿਹੜੀ ਹੋਈ ਆ ਇਹਦੇ ਚ ਵਿਜੇ ਜੀ ਮੈਂ ਥੋੜਾ ਜਿਹਾ ਖੋਲ ਦੇਵਾਂ ਗੱਲ ਨੂੰ, ਤਾਂ 뮤직 ਇੰਡਸਟਰੀ ਦਾ ਫਿਰ ਸੱਚ ਹੌਲੀ-ਹੌਲੀ ਸਾਹਮਣੇ ਆਉਣਾ ਸਟਾਰਟ ਹੋ ਗਿਆ। ਕਿਉਂਕਿ ਪਿਛਲੇ ਸਾਲ 8 ਅਗਸਤ 2021 ਨੂੰ ਇਹਨਾਂ ਨੇ 3 ਗ੍ਰਿਫਤਾਰੀਆਂ ਕੀਤੀਆਂ ਸੀ ਮੋਹਾਲੀ ਪੁਲਿਸ ਨੇ, ਜਿਹਦੇ ਚ ਜਸਵਿੰਦਰ ਸੀ, ਆਕਾਸ਼ ਸੀ, ਇੱਕ ਕੋਈ ਮਨਦੀਪ ਸੀ, ਕੁਝ ਐਸੇ ਨਾਮ ਸੀਗੇ। ਤਾਂ ਇਹਨਾਂ ਵਿਅਕਤੀਆਂ ਨੂੰ ਜਦੋਂ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਇਹਨਾਂ ਨੇ ਮੰਨਿਆ ਸੀਗਾ ਕਿ ਬੰਬੀਹਾ ਗਰੁੱਪ ਦੀ ਇਨਵੈਸਟਮੈਂਟ ਲੱਗੀ ਹੋਈ ਹੈ 2 뮤직 ਕੰਪਨੀਆਂ ਚ, ਉਹ ਬਕਾਇਦਾ ਨਾਂ ਛਾਪੇ ਗਏ ਸਨ। ਤਾਂ ਇਹ ਸਾਰਾ ਕੁਝ ਜਿਹੜਾ ਨਿਕਲ ਕੇ ਆ ਰਿਹਾ ਕਿ ਇੱਕ ਪਾਸੇ ਚੈਨਲ ਵਾਲਾ ਹੀ ਨਾਮਜ਼ਦ ਹੋ ਰਿਹਾ ਕਿਸੇ ਸਮੇਂ ਦਾ ਨਜ਼ਦੀਕੀ, ਦੂਸਰੇ ਪਾਸੇ ਉਧਰੋਂ ਵੀ ਇਨਵੈਸਟਮੈਂਟ ਹੋਈ ਹੈ। ਸੋ ਇਹ 뮤직 ਇੰਡਸਟਰੀ ਦਾ ਸੱਚ ਹੌਲੀ-ਹੌਲੀ ਹੁਣ ਪਰਤਾਂ ਦੇ ਥੱਲੇੋਂ ਨਿਕਲਣਾ ਸਟਾਰਟ ਹੋਏਗਾ ਜੀ। ਜਿਵੇਂ ਬਾਲੀਵੁੱਡ ਦੇ ਵਿੱਚ ਅੰਡਰਵਰਲਡ ਦੇ ਪੈਸੇ ਦੀ ਗੱਲ ਕਿੰਨੇ ਚਿਰ ਚੱਲਦੀ ਰਹੀ ਤੇ ਬਹੁਤ ਉਹ ਵੀ ਸਮੱਸਿਆ ਸੀ, ਉਸੇ ਤਰ੍ਹਾਂ ਦਾ ਇੱਥੇ ਵੀ ਰੁਝਾਨ ਦੇਖਣ ਨੂੰ ਮਿਲ ਰਿਹਾ ਜੀ। ਮਿੰਟੂ ਜੀ ਕਾਂਗਰਸੀ ਉੱਥੇ ਵੀ ਗੁਲਸ਼ਨ ਕੁਮਾਰ ਦੀ ਹੱਤਿਆ ਤੋਂ ਬਾਅਦ ਵਿਜੇ ਜੀ ਸਾਰੀ ਸਥਿਤੀ ਖਰਾਬ ਹੋ ਗਈ ਸੀ, ਤੁਹਾਨੂੰ ਯਾਦ ਹੋਵੇਗਾ, ਉਹ ਇੱਕ ਹੱਤਿਆ ਤੋਂ ਬਾਅਦ ਜੀ। ਬਿਲਕੁਲ ਯੈਸ। ਮਿੰਟੂ ਜੀ ਕਾਂਗਰਸੀ ਅੜ ਗਏ, ਕਹਿੰਦੇ ਪ੍ਰਨੀਤ ਕੌਰ ਨੂੰ ਹੁਣ ਪਾਰਟੀ ਚੋਂ ਬਾਹਰ ਕੀਤਾ ਜਾਵੇ, ਛੁੱਟੀ ਕੀਤੀ ਜਾਵੇ, ਕੀ ਵੇਰਵਾ? ਉਹ ਪੰਜਾਬੀ ਦੀ ਕਹਾਵਤ ਹੈ ਕਿ ਸਾਡੇ ਖੂਹ ਦਾ ਮੀਂਹ ਤੇ ਸਾਡੇ ਤੇ ਹੀ ਵਸੇ, ਤੇ ਫਿਰ ਹੁਣ ਕਾਂਗਰਸੀ ਵੀ ਕੀ ਕਰਨ? ਕਿਉਂਕਿ ਗੱਲ ਇਹ ਆ ਕਿ ਜਿਸ ਤਰ੍ਹਾਂ ਦੇ ਹਾਲਾਤ ਬਣ ਗਏ ਨੇ, ਪ੍ਰਨੀਤ ਕੌਰ ਕਿਸ ਤਰ੍ਹਾਂ ਰਹਿ ਰਹੇ ਆ ਪਾਰਟੀ ਦੇ ਵਿੱਚ, ਉਹ ਵੀ ਇੱਕ ਨਵੀਂ ਰਾਜਨੀਤੀ ਦੇਖ ਸਕਦੇ ਆ ਇਸ ਜ਼ਮਾਨੇ ਦੀ ਕਿ ਬਈ ਜਦੋਂ ਘਰ ਵਾਲੇ ਨੇ ਪਾਰਟੀ ਬਣਾ ਲਈ, ਅੱਡ ਤੋਂ ਇਲੈਕਸ਼ਨ ਲੜ ਲਿਆ, ਤੁਸੀਂ ਪ੍ਰਚਾਰ ਕਰ ਲਿਆ, ਭਾਰਤੀ ਜਨਤਾ ਪਾਰਟੀ ਨਾਲ ਮੀਟਿੰਗ ਕਰ ਲਈ, ਤੁਹਾਡੇ ਖਾਬੰਦ ਫੇਰ ਦਿੱਲੀ ਜਾਂਦੇ ਆ, ਫੇਰ ਉੱਥੇ ਸੈਟਿੰਗ ਕਰ ਆਉਂਦੇ ਆ, ਤਦ ਵੀ ਤੁਸੀਂ ਪਾਰਟੀ 'ਚ ਬਣੇ ਹੋਏ ਹੋ ਜੀ। ਤਾਂ ਇੱਥੇ ਆਪਾਂ ਕਹਿ ਸਕਦੇ ਹਾਂ ਕਿ ਉਹ ਸਿਧਾਂਤਵਾਦੀ ਰਾਜਨੀਤੀ ਆ, ਉਹ ਤਾਂ ਡੁੱਬ ਕੇ ਮਰ ਗਈ, ਉਹ ਖਤਮ ਹੈ। ਆਪਾਂ ਅਸੂਲਾਂ ਸਿਧਾਂਤਾਂ ਦੀ ਰਾਜਨੀਤੀ ਲੱਭਦੇ ਫਿਰੀਏ ਤਾਂ ਆਪਣੇ ਨਾਲ ਦਾ ਸ਼ੁਦਾਈ ਹੈ ਨਹੀਂ ਜਗਦੇ, ਜੇ ਹੁਣ ਇਹਨਾਂ ਤੋਂ ਐਸੀ ਉਮੀਦ ਕਰੀਏ ਤਾਂ। ਖੈਰ ਹੁਣ ਇਹਨਾਂ ਨੇ ਇੱਕ ਮਤਾ ਪਾ ਕੇ ਭੇਜਿਆ ਵਾ ਕਿ ਇਹਨਾਂ ਨੂੰ ਪਾਰਟੀ ਚੋਂ ਕੱਢੋ ਬਈ, ਪ੍ਰਨੀਤ ਕੌਰ ਹੋਰਾਂ ਨੂੰ ਕਾਤੋਂ ਰੱਖ ਰੱਖਿਆ। ਤਾਂ ਗੱਲ ਤਾਂ ਕਾਂਗਰਸੀਆਂ ਦੀ ਸਹੀ ਹੈ, ਪਰ ਕਾਂਗਰਸੀ ਇਹ ਉਹੀ ਨੇ ਕਿ ਜਿਨ੍ਹਾਂ ਨੇ ਵੇਖਿਆ ਸੀਗਾ ਕਿ ਬੀਬੀ ਪ੍ਰਨੀਤ ਕੌਰ ਜੀ ਆਪਣੇ ਪਤੀ ਵਾਸਤੇ ਇਲੈਕਸ਼ਨ ਦਾ ਪ੍ਰਚਾਰ ਕਰ ਰਹੇ ਸੀਗੇ, ਅਜੀਬੋ ਗਰੀਬ ਗੱਲਾਂ ਨੇ। ਖੈਰ ਇਹਦੇ ਵਿੱਚ ਹੁਣ ਇੱਕ ਕੁੰਡੀ ਹੈ ਵਿਜੇ ਜੀ, ਜਿਹੜੀ ਕਿ ਦੋਵਾਂ ਪਾਸਿਆਂ ਨੂੰ ਥੋੜਾ ਕਹਿ ਲਓ ਕਿ ਮਜਬੂਰ ਕਰਦੀ ਹੈ। ਦਰਅਸਲ ਕੀ ਹੈ ਕਿ ਜੇ ਮੰਨ ਲਓ ਇਹ ਕੱਢਦੇ ਨੇ, ਪਾਰਟੀ ਕੱਢਦੀ ਹੈ ਤਾਂ ਮੈਂਬਰ ਪਾਰਲੀਮੈਂਟ ਉਹ ਬਣੇ ਰਹਿਣਗੇ ਜੀ। ਜੇ ਉਹ ਆਪ ਅਸਤੀਫਾ ਦੇ ਕੇ ਜਾਂਦੇ ਆ ਤਾਂ ਮੈਂਬਰਸ਼ਿਪ ਜਿਹੜੀ ਹੈ ਉਹ ਛੱਡਣੀ ਪਊਗੀ। ਸੋ ਇੱਥੇ ਹੀ ਕੁੰਡੀ ਅੜਦੀ ਸੀਗੀ, ਨਾ ਉਹ ਪਹਿਲ ਕਰ ਰਹੇ ਸੀ ਨਾ ਉਹ ਕਰ ਰਹੇ ਸੀ। ਤਾਂ ਅਖੀਰੀ ਫਿਰ ਇਹਨਾਂ ਨੇ ਅੱਕ ਚੱਬ ਲਿਆ ਕਾਂਗਰਸੀਆਂ ਨੇ, ਉਹ ਕਹਿੰਦੇ ਆ ਕਿ ਬਈ ਹੁਣ ਏਦਾਂ ਨਹੀਂ ਨਿਭਣੀ, ਇਹ ਤੇ ਬੀਬੀ ਜਿਹੜੀ ਆ ਸਾਡੇ ਵਿੱਚ ਰਹਿ ਕੇ ਸਾਡੇ ਸਿਰ ਹੀ ਘੱਟਾ ਪਾਉਣ ਡਈ ਆ, ਇਹ ਗੱਲ ਹੁਣ ਕਿੰਨਾ ਕੁ ਚਿਰ ਲਮਕਾਈ ਚੱਲਾਂਗੇ, ਤੁਸੀਂ ਸਾਡਾ ਫੈਸਲਾ ਹੀ ਕਰ ਦਿਓ ਜੀ। ਮਿੰਟੂ ਜੀ ਇੱਧਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਰਡਰ ਦਿੱਤਾ ਹੈ ਸਰਪੰਚਣੀ ਹੋਵੇ ਜਾਂ ਕਾਉਂਸਲਰ ਹੋਵੇ, ਕਹਿੰਦੇ ਆਪ ਆਉਣਾ ਪੈਣਾ ਹੈ। ਸੋ ਕੀ ਇਹ ਸੰਕੇਤ ਉਧਰ ਨੂੰ ਜਾ ਰਿਹਾ ਕਿ ਭਾਵੇਂ ਅਹੁਦੇ ਦੇ ਉੱਪਰ ਇਲੈਕਟ ਹੁੰਦੀ ਹੈ ਜਿਹੜੀ ਫੀਮੇਲ ਰਿਪਰੈਜ਼ੈਂਟੇਟਿਵ, ਪਰ ਕਾਰਵਾਈ ਜਾਂ ਜਿਹੜਾ ਕਾਰਜਕਾਰੀ ਸਾਰੀ ਜ਼ਿੰਮੇਵਾਰੀ ਉਹ ਉਹਨਾਂ ਦਾ ਬੇਟਾ ਜਾਂ ਇਨ ਮੈਨੀ ਕੇਸਿਸ ਉਹਨਾਂ ਦੇ ਹਸਬੈਂਡ ਦੇ ਹੱਥ ਵਿੱਚ ਵਾਗਡੋਰ ਹੁੰਦੀ ਆ? ਆਹੋ ਬਿਲਕੁਲ ਜੀ ਬਿਲਕੁਲ। ਜਦੋਂ 4 ਬੰਦੇ ਆਉਣ ਤੇ ਉਹ ਸਰਪੰਚ ਨਹੀਂ ਤੇ ਚਾਹ ਬਣਾ ਰਹੀ ਹੁੰਦੀ ਹੈ ਚੁੱਲ੍ਹੇ ਤੇ ਬੰਦਿਆਂ ਨਾਲ ਡੀਲ ਕੌਣ ਕਰ ਰਿਹਾ ਹੁੰਦਾ? ਜਿਵੇਂ ਉਹਨਾਂ ਦਾ ਸ਼ੌਹਰ ਤੁਸੀਂ ਦੱਸਿਆ ਹੀ ਆ, ਤੇ ਵਾਕਿਆ ਹੈ, ਏਦਾਂ ਹੈ, ਹਕੀਕਤ ਹੈ। ਕੁਝ ਕੁ % ਨੂੰ ਛੱਡ ਦਈਏ, ਵੈਸੇ ਹੁਣ ਪੜ੍ਹੀਆਂ ਲਿਖੀਆਂ ਕੁਝ ਕੁੜੀਆਂ ਜਾਂ ਬੀਬੀਆਂ ਜਿਹੜੀਆਂ ਨੇ ਉਹ ਸਰਪੰਚ ਬਣੀਆਂ,
ਤਾਂ ਅੱਛੀ ਸਰਪੰਚੀ ਉਹਨਾਂ ਨੇ ਕੀਤੀ ਵੀ ਹੈ, ਕਰਕੇ ਵੀ ਦਿਖਾਈ ਹੈ, ਕੁਝ ਜੀ। ਮਿਸਾਲਾਂ ਵੀ ਹੈ ਨਾ। ਪਰ ਜ਼ਿਆਦਾਤਰ ਕੀ ਹੁੰਦਾ ਹੈ ਕਿ ਜਿਹੜੀਆਂ ਬੀਬੀਆਂ ਹੁੰਦੀਆਂ ਘੱਟ ਪੜ੍ਹੀਆਂ, ਉਹ ਵੈਸੇ ਤੁਸੀਂ ਉਹ ਦੇਖਿਆ ਹੋਣਾ ਹਰਿਆਣੇ 'ਚ ਜਦੋਂ ਉਹਨਾਂ ਨੇ ਕਰ ਦਿੱਤੀ ਸੀ ਨਾ ਸ਼ਰਤ ਕਿ ਬਈ ਤੁਹਾਡੀ ਬੀਵੀ ਇੰਨੀ ਪੜ੍ਹੀ ਹੋਣੀ ਚਾਹੀਦੀ ਹੈ, ਜਾਂ ਕੋਈ ਵੀ ਬੀਬੀ ਲੜੇਗੀ ਇਲੈਕਸ਼ਨ 'ਚ ਇੰਨੀ ਪੜ੍ਹੀ ਹੋਣੀ ਚਾਹੀਦੀ ਹੈ, ਤਾਂ ਕਈਆਂ ਦੀ ਅਨਪੜ੍ਹ ਸੀ ਤੇ ਉਹਨਾਂ ਨੇ ਤੀਵੀਂ ਦੂਜੀ ਲਿਆਂਦੀ 60 ਸਾਲ ਦੀ ਉਮਰ 'ਚ। ਕਹਿੰਦੇ ਦੇਸ਼ ਜਿਵੇਂ ਕੀ ਮਿਲਿਆ, ਤਾਂ ਉਹ ਕਹਿੰਦੇ ਸੀ ਦੇਸ਼ ਦੇ ਵਿੱਚ ਇੱਕ ਲੁਗਾਈ ਤੇ ਦੂਜੀ ਚੌਧਰਾਈ, ਮਤਲਬ ਕਿ ਇੱਕ ਤੇ ਲੁਗਾਈ ਆ ਗਈ ਹੈ ਤੇ ਨਾਲ ਚੌਧਰਾਈ ਵੀ, ਇਹਦੇ ਬਹਾਨੇ ਜਿਹੜੀ ਥੋੜੀ ਪੜ੍ਹੀ ਹੈ ਤੇ ਇਹਦੇ ਬਹਾਨੇ ਹੁਣ ਚੌਧਰੀ ਬਣ ਜਾਵਾਂਗੀ। ਤਾਂ ਖੈਰ ਉਸੇ ਤਰ੍ਹਾਂ ਹੀ ਆ ਕਿ ਇੱਥੇ ਚੌਧਰਪੁਣਾ ਨਹੀਂ ਛੱਡਦੇ, ਇਹ ਸੱਚ ਹੈ, ਹਕੀਕਤ ਹੈ ਜੀ। ਕਈ ਬੀਬੀਆਂ ਤਾਂ ਬਸ ਉਹ ਮਤਲਬ ਕਿ ਇੱਕ ਤਰ੍ਹਾਂ ਨਾਲ ਕਹਿ ਲਓ ਬਸ ਉਹਨਾਂ ਨੂੰ ਮੋਹਰ ਜਿਹੜੀ ਲੱਗ ਕੇ ਤੇ ਉੱਤੇ ਅੰਗੂਠਾ ਲਾਤਾ ਜਾਂ ਸਾਈਨ ਕਰ ਦਿੱਤੇ। ਮੋਹਰ ਵੀ ਆਪ ਹੀ ਲਾਉਂਦੇ ਬੰਦੇ, ਮੀਟਿੰਗ ਆਪ ਜੁਆਇਨ ਕਰਦੇ ਨੇ, ਮੀਟਿੰਗਾਂ ਜਾ ਕੇ ਆਪ ਅਟੈਂਡ ਕਰਦੇ ਨੇ। ਫਿਰ ਜੇ ਕੋਈ ਪਿੰਡ ਦਾ ਰੌਲਾ ਝਗੜਾ ਉਹ ਨਿਬੇੜਦੇ ਆ, ਉਹ ਤਾਂ ਸਗੋਂ ਉਲਟਾ ਕਹਿੰਦਾ ਬਣਾ ਸਰਪੰਚ ਦੀ ਚਾਹ ਬਣਾ, ਇਹਨੇ ਬੰਦੇ ਤੇ ਕੀ ਕਰਨ ਡਈ, ਤੈਨੂੰ ਸੁਣਦਾ ਨਹੀਂ। ਉਹ ਸਗੋਂ ਉਹ ਵਿਚਾਰੀ ਕਹਿੰਦੀ ਵੀ ਸਰ ਮੇਰੇ ਕਰਕੇ ਤੇ ਤੇਰੇ ਕੋਲ ਬੰਦੇ ਆਏ ਆ ਤੇ ਭਾਪੀਆ ਤੂੰ ਲੱਥੀ ਲਾਈ ਕਰੀ ਜਾਂਦਾ। ਸੋ ਇਹ ਸੂਰਤ-ਹਾਲ ਹੈਗੀ ਆ, ਪਰ ਇਹਨਾਂ ਨੇ ਹੁਣ ਯਕੀਨੀ ਬਣਾਉਣਾ ਸ਼ੁਰੂ ਕੀਤਾ ਹੈ ਕਿ ਦੇਖੋ ਮੀਟਿੰਗਾਂ 'ਚ ਸਰਪੰਚ ਨਹੀਂ ਹੀ ਆਏਗੀ, ਸਰਪੰਚਾਂ ਦੇ ਰਿਸ਼ਤੇਦਾਰ ਕੋਈ ਵੀ ਚਾਹੇ ਬੀਬੀ ਦਾ ਕਿਸੇ ਦਾ ਕੋਈ ਸ਼ੌਹਰ ਹੈ, ਮੁੰਡਾ ਹੈ, ਉਹ ਨਹੀਂ ਆਏਗਾ। ਫਿਰ ਪੰਚ, ਬਲਾਕ ਸਮਿਤੀ ਮੈਂਬਰ ਸਾਰਿਆਂ ਵਾਸਤੇ ਹੀ ਆ, ਕੌਂਸਲਰ ਵੀ ਕਰ ਦਿੱਤੇ ਕਿ ਸ਼ਹਿਰ ਦੇ ਵਿੱਚ ਜਿਹੜੀਆਂ ਬੀਬੀਆਂ ਨੁਮਾਇੰਦਾ ਬਣ ਜਾਂਦੀਆਂ, ਨੁਮਾਇੰਦਗੀ ਕਰਦੀਆਂ ਨੇ, ਕਿ ਉਹਨਾਂ ਵਾਸਤੇ ਵੀ ਜ਼ਰੂਰੀ ਹੋਏਗਾ ਕਿ ਉਹ ਆਪ ਪਾਰਟੀਆਂ ਜਾ ਕੇ ਜੋ ਵੀ ਉੱਥੇ ਮੀਟਿੰਗ ਹੈ ਜਾਂ ਕਿਸੇ ਵੀ ਉਹ ਪਾਰਟੀ ਦੇ ਕਿਸੇ ਵੀ ਆਯੋਜਨ 'ਚ ਜਾਂਦੇ ਆ, ਕਿਸੇ ਪ੍ਰਾਈਵੇਟ ਆਯੋਜਨ 'ਚ ਵੀ ਜਾਂਦੇ, ਤਾਂ ਮੈਨੂੰ ਲੱਗਦਾ ਕਿ ਉੱਥੇ ਵੀ ਫਿਰ ਉਹਨਾਂ ਦੀ ਨੁਮਾਇੰਦਗੀ ਵੱਧ ਜਾਏਗੀ। ਸੋ ਇਹ ਚੰਗਾ ਜੇ ਇਹ ਯਕੀਨੀ ਤੌਰ ਤੇ ਕਰਦੇ ਨੇ, ਕਿਉਂਕਿ ਵੈਸੇ ਜੋ ਅਸੀਂ ਇਹ ਫਾਰਮੈਲਿਟੀਆਂ ਕੀਤੀਆਂ ਸੰਵਿਧਾਨ ਦੇ ਵਿੱਚ ਰਿਜ਼ਰਵੇਸ਼ਨ, ਹਾਲ ਦੀ ਘੜੀ ਕੁਝ ਮਾਮਲੇ ਜੇ ਛੱਡਦੀ ਅਪਵਾਦ ਛੱਡਦੀ ਤਾਂ ਡੰਮੀ ਹੈ ਇੱਕ ਤਰ੍ਹਾਂ ਨਾਲ, ਡੰਮੀ ਹੈ। ਹੁਣ ਜਿਵੇਂ ਆਪਾਂ ਐਸਸੀ ਰਿਜ਼ਰਵੇਸ਼ਨ ਦੇਖਦੇ ਹਾਂ ਸੀਟਾਂ ਦਾ, ਕਦੇ ਵੀ ਕਿਸੇ ਜਨਰਲ ਸੀਟ ਤੋਂ ਆਫਰ ਕੀਤਾ ਕਿ ਅਸੀਂ ਕੋਈ ਗੱਲ ਨਹੀਂ ਵੀਰੇ ਅਸੀਂ ਐਸਸੀ ਭਾਈਚਾਰੇ ਨੂੰ ਨੁਮਾਇੰਦਗੀ ਦਿੰਦੇ ਆ, ਆ ਜਾਓ, ਕੋਈ ਪਾਰਟੀ ਵਾਲਾ ਕਦੇ ਵੀ ਆਫਰ ਨਹੀਂ ਕਰਦਾ। ਤੇ ਜਿਹੜੇ ਉਹ ਐਸਸੀ ਮਤਲਬ ਕਿ ਲੀਡਰ ਬਣਾਏ ਹੁੰਦੇ ਆ ਨਾ, ਉਹ ਆਪਣੇ ਭਾਈਚਾਰੇ ਦੇ ਕਦੇ ਲੀਡਰ ਨਹੀਂ ਹੁੰਦੇ, ਉਹ ਪਾਰਟੀ ਦੇ ਲੀਡਰ ਹੁੰਦੇ ਆ। ਤੋ ਇਹ ਚੀਜ਼ਾਂ ਨੇ, ਕੁਝ ਚੀਜ਼ਾਂ ਡਮੀ ਨੇ ਸਾਡੇ ਕੋਲ, ਤਾਂ ਚੰਗਾ ਕਿ ਇਹਨਾਂ ਨੂੰ ਪਰਪੱਕਤਾ 'ਚ ਢਾਲਿਆ ਜਾਵੇ। ਜਿਵੇਂ ਡੈਮੋਕ੍ਰੇਸੀ ਦੀ ਉਮਰ ਹੁੰਦੀ ਹੈ ਜੀ, ਪ੍ਰੀ ਮੈਚਿਓਰ ਤਾਂ ਫਿਰ ਮੈਚਿਓਰ, ਹੌਲੀ ਹੌਲੀ ਪਰਪੱਕ ਹੁੰਦੀ ਹੈ। ਉਸੇ ਤਰ੍ਹਾਂ ਹੁਣ ਵੇਲਾ ਆ ਗਿਆ ਕਿ ਜਿਹੜੀਆਂ ਚੀਜ਼ਾਂ ਰਿਜ਼ਰਵ ਕੀਤੀਆਂ ਇਹਨਾਂ ਨੂੰ ਵੀ ਪਰਪੱਕਤਾ 'ਚ ਢਾਲਿਆ ਜਾਵੇ। ਜੀ ਮਿੰਟੂ ਜੀ, ਬਦਲਾਅ ਵਰਸਸ ਬਾਦਲ ਦੀ ਜੇ ਗੱਲ ਕਰੀਏ, ਸੁਖਬੀਰ ਬਾਦਲ ਨੂੰ ਸੰਮਨ ਫੇਰ ਤੋਂ ਭੇਜੇ ਗਏ ਨੇ ਜੀ, ਤੇ ਉਧਰ ਅਕਾਲੀ ਰਾਜਪਾਲ ਕੋਲ ਗਏ ਨੇ ਵੀ ਸ਼ਰਾਬ ਨੀਤੀ ਦੀ ਜਾਂਚ ਕੀਤੀ ਜਾਵੇ। ਹਾਂ ਜੀ ਬਿਲਕੁਲ, ਇਹ ਕਸ਼ਮਕਸ਼ ਚੱਲ ਰਹੀ ਹੈ ਪਿਛਲੇ ਕੁਝ ਦਿਨਾਂ ਤੋਂ ਬੜੇ ਜ਼ਬਰਦਸਤ ਤਰੀਕੇ ਦੇ ਨਾਲ। ਤਾਂ ਅੱਜ ਇਹਨਾਂ ਨੇ ਬਹਿਬਲ ਕਲਾਂ ਮਾਮਲੇ ਦੇ ਵਿੱਚ ਵੀ ਇਹਨਾਂ ਨੂੰ ਸਮਨ ਕਰ ਦਿੱਤਾ ਹੈ। ਤਾਂ ਭਾਵ ਕਿ ਇੱਕ ਤਾਂ ਪਹਿਲਾਂ ਹੀ ਸਮਨਿੰਗ ਚੱਲ ਰਹੀ ਸੀ, ਤਾਂ ਦੂਸਰਾ ਵੀ ਇਹ ਪੰਗਾ ਇੱਕ ਵਾਰੀ ਫੇਰ ਖੜਾ ਹੋ ਜਾਏਗਾ। ਪ੍ਰਧਾਨ ਜੀ ਦੇ ਸਾਹਮਣੇ ਹੁਣ ਜਾਣਾ ਹੀ ਪੈਣਾ। ਵੈਸੇ ਉਹਨਾਂ ਨੇ ਕਹਿ ਦਿੱਤਾ ਕਿ ਤਿਆਰੀ ਆ, ਇੱਕ ਤਾਂ ਸ਼ਾਇਦ ਹੁਣ 14 ਨੂੰ ਹੈ ਜਿਹੜੀ ਕੋਟਕਪੂਰਾ ਵਾਲੇ ਮਾਮਲੇ ਦੀ, ਤਾਂ ਇਹ ਜਿਹੜੀ ਬਹਿਬਲ ਵਾਲੀ ਆ ਇਹ ਸ਼ਾਇਦ ਇਸ ਤੋਂ ਪਹਿਲਾਂ ਹੀ ਹੈ 4 ਤਰੀਕ ਦੇ ਕਰੀਬ। ਤਾਂ ਦੇਖੋ ਹੁਣ ਕੀ ਬਣਦਾ ਹੈ। ਪਰ ਦੂਜੇ ਪਾਸੇ ਜੇ ਦੇਖੀਏ, ਚਲੋ ਠੀਕ ਆ, ਮੈਂ ਤਾਂ ਇਸ ਹੱਕ ਦੇ ਵਿੱਚ ਹਾਂ ਵਿਜੇ ਜੀ ਕਿ ਚਾਹੇ ਕੋਈ ਵੀ ਹੈ, ਕਿਸੇ ਸਿਰ ਵੀ ਕੋਈ ਦੋਸ਼ ਆ ਉਹ ਸਾਬਤ ਕਰ ਦੋ, ਬਸ ਗੱਲ ਠੀਕ ਹੈ। ਔਰ ਦੂਜੀ ਗੱਲ ਇਹ ਕਿ ਇਹ ਤਾਂ ਚਲੋ ਹੋ ਗਏ, ਇਹਨਾਂ ਨੂੰ ਤੁਸੀਂ ਕਰ ਦਿਓਗੇ ਹੁਣ ਜਿੱਦਾਂ ਵੀ ਕਰਨਾ, ਤੁਹਾਡੀ ਮਰਜ਼ੀ ਹੈ, ਤੁਹਾਡੇ ਕੋਲ ਪੁਲਿਸ ਹੈ, ਤੁਹਾਡੇ ਕੋਲ ਏਜੰਸੀਆਂ। ਪਰ ਜਿਸ ਬੰਦੇ ਨੂੰ ਤੁਸੀਂ ਮੁੱਖ ਸਾਜ਼ਿਸ਼ਕਰਤਾ ਦੇ ਤੌਰ ਤੇ ਦਰਜ ਕੀਤਾ ਹੈ, ਜਿਹੜੇ ਕਨਸਪੀਰੇਟਰ ਨੇ ਉਹਨਾਂ ਦੇ ਵਿੱਚ ਦਰਜ ਕੀਤਾ ਹੈ, ਡੇਰਾ ਮੁਖੀ ਹੈ ਜਿਹੜਾ, ਉਹਨੂੰ ਕਦੋਂ ਤੁਸੀਂ ਪੁੱਛਗਿੱਛ ਵਾਸਤੇ ਲਿਆਓਗੇ? ਤਾਂ ਉਹਦੇ ਕੋਲ, ਕਿਉਂਕਿ ਜਿਹੜੀ ਪੁੱਛਗਿੱਛ ਹੁਣ ਤੱਕ ਤੁਸੀਂ ਕੀਤੀ ਹੈ ਉਹ ਹਾਈ ਕੋਰਟ 'ਚ ਖੁਦ ਤੁਸੀਂ ਮੰਨੇ ਹੋ ਕਿ ਸਾਡੇ ਨਾਲ ਉਹਨੇ ਕੁਝ ਸਹਿਯੋਗ ਨਹੀਂ ਕੀਤਾ। ਜਦ ਤੱਕ ਤੁਸੀਂ ਉਹਦੇ ਤੋਂ ਚੰਗੀ ਤਰ੍ਹਾਂ ਗਹੀਨਤਾ ਦੇ ਨਾਲ ਪੁੱਛਗਿੱਛ ਨਹੀਂ ਕਰੋਗੇ, ਉਦੋਂ ਤੱਕ ਕੇਸ ਕੀ ਮਜ਼ਬੂਤ ਹੋਏਗਾ? ਕਿਉਂਕਿ ਇਨਸਾਫ ਤਾਂ ਇਨਸਾਫ ਹੈ ਨਾ, ਬੇਅਦਬੀ ਵਾਲਾ ਵੀ ਇਨਸਾਫ ਹੋਣਾ ਚਾਹੀਦਾ ਕਿ ਸਾਜ਼ਿਸ਼ ਕਰਤਾ ਕੌਣ ਸਨ ਤੇ ਸਾਜ਼ਿਸ਼ ਕਰਨ ਪਿੱਛੇ ਉਹਨਾਂ ਦੇ ਮਨਸ਼ੇ ਕੀ ਸੀਗੇ ਤੇ ਨਾਲ ਹੋਰ ਕਿਹੜੇ ਬੰਦੇ ਸੀਗੇ, ਸਾਰਾ ਪਤਾ ਹੋਣਾ ਚਾਹੀਦਾ। ਪਰ ਦੂਜੇ ਪਾਸੇ ਦੇਖੋ ਇਹ ਗੱਲਾਂ ਨੇ, ਚਲੋ ਰਾਜਨੀਤਿਕ ਤੌਰ ਤੇ ਇਹਨਾਂ ਦੀ ਕਸ਼ਮਕਸ਼ ਚੱਲਦੀ ਰਹਿਣੀ ਆ, ਪਰ ਇੱਕ ਗੱਲ ਹੈ ਕਿ ਜਿਹੜੀ ਇਹਨਾਂ ਨੇ ਇਸ ਵੇਲੇ ਇਹਨਾਂ ਦੀ ਰਗ ਫੜੀ ਆ ਅਕਾਲੀਆਂ ਨੇ, ਉਹਦੇ ਤੇ ਇਹ ਜਾਨ ਛਡਾਉਂਦੇ ਪਏ ਨੇ ਜੀ। ਇਹਨਾਂ ਨੂੰ ਕੋਈ ਗੱਲ ਨਹੀਂ ਔੜਦੀ। ਦਰਅਸਲ ਇਹਨਾਂ ਦੇ ਦੋਸ਼, ਮੈਨੂੰ ਇਉਂ ਲੱਗਦਾ ਕਿ ਸੁਖਬੀਰ ਸਿੰਘ ਬਾਦਲ ਦੀ ਟੀਮ ਨੇ ਕਾਫੀ ਮਿਹਨਤ ਕੀਤੀ ਹੈ, ਉਸ ਤੋਂ ਬਾਅਦ ਸਾਰੇ ਡਾਕੂਮੈਂਟ ਇਕੱਠੇ ਕੀਤੇ ਇਹਨਾਂ ਨੇ ਜਿਹੜੇ ਅੱਜ ਪੇਸ਼ ਕੀਤੇ ਆ। ਉਹਦੇ ਚ 2-3 ਨੁਕਤੇ ਆ ਜਿਹਦਾ ਇਹਨਾਂ ਦੇ ਕੋਲ ਜਵਾਬ ਹਾਲ ਦੀ ਘੜੀ ਹੈ ਨਹੀਂ, ਪਰ ਜੇ ਹੋਵੇ ਤਾਂ ਇਹਨਾਂ ਨੂੰ ਦੇਣਾ ਜ਼ਰੂਰ ਚਾਹੀਦਾ। ਇੱਕ ਤੇ ਇਹ ਕਹਿੰਦੇ ਆ, ਕਿਉਂਕਿ ਦੇਖੋ ਸ਼ਰਾਬ ਦਾ ਧੰਦਾ ਕਿੱਦਾਂ ਚੱਲਦਾ ਵਿਜੇ ਜੀ, L1 L2
ਇਦਾਂ ਦੇ ਲਾਇਸੈਂਸ ਹੁੰਦੇ। ਮਤਲਬ ਕਿ ਇੱਕ ਨੇ ਦਾਰੂ ਬਣਾਤੀ ਜੀ L1 ਵਾਲੇ ਨੇ, ਦਾਰੂ ਜਿਹੜੀ ਹੈ ਉਹ ਅੱਗੇ ਜਾ ਕੇ L1 ਵਾਲੇ ਨੇ ਠੇਕਿਆਂ ਤੇ ਪਹੁੰਚਾਤੀ, ਠੇਕਿਆਂ ਵਾਲੇ ਨੇ ਵੇਚ ਦਿੱਤੀ L2 ਵਾਲੇ ਪਾਸੇ ਕਰ ਦਿੱਤੇ ਕਿ ਉਹ L1 ਚ ਆਉਣਗੇ ਨਹੀਂ। L1 ਵਾਲੇ 2-3 ਘਰਾਣੇ ਕਹਿੰਦੇ ਕਿ ਇਹਨਾਂ ਨੇ ਮੁੱਖ ਤੌਰ ਤੇ ਪਾ ਦਿੱਤੇ, ਅਕਾਲੀਆਂ ਨੇ ਉਹਨਾਂ ਦਾ ਨਾਮ ਵੀ ਲਿਆ, ਇੱਕ ਬ੍ਰਿੰਡਕੋ ਵਾਲੇ ਅਮਨ ਢੱਲ, ਇੱਕ ਅਨੰਤ ਵਾਇੰਸ ਵਾਲੇ ਮਹਿਰਾ ਪਰਿਵਾਰ। ਉਹ ਕਹਿੰਦੇ ਕਿ ਇਹਨਾਂ ਨੇ ਸਾਰਾ ਕੰਮ ਕਰ ਸੌਂਪ ਦਿੱਤਾ ਕਿ ਮੋਨੋਪੋਲੀ ਦੀ ਗੱਲ ਕਹਿ ਕੇ ਤੁਸੀਂ ਮੋਨੋਪੋਲੀ ਵੀ ਤੋੜਨੀ ਆ, ਸੀ ਹਰੇਕ ਧੰਦੇ ਚੋਂ ਮੋਨੋਪੋਲੀ ਤਾਂ ਫਿਰ ਤੁਸੀਂ ਕਾਇਮ ਕੀਤੀ ਹੈ, ਤਾਂ ਕੋਈ ਜਵਾਬ ਨਹੀਂ ਹਾਲ ਦੀ ਘੜੀ ਦੇ ਰਿਹਾ, ਤਾਂ ਇਹਨਾਂ ਨੂੰ ਦੇਣਾ ਚਾਹੀਦਾ। ਦੂਜਾ ਉਹ ਕਹਿ ਰਹੇ ਨੇ ਕਿ ਬਈ ਜਿਹੜਾ L1 ਲਾਇਸੈਂਸ ਧਾਰਕ ਦਾ ਟਰਨਓਵਰ ਹੈ ਉਹ ਇਹਨਾਂ ਨੇ ਸ਼ਰਤ ਰੱਖ ਦਿੱਤੀ ਹੈ ਕਿ 30 ਕਰੋੜ ਟਰਨਓਵਰ ਹੋਣਾ ਚਾਹੀਦਾ ਸਾਲ ਦਾ, ਮਤਲਬ ਕਿ ਉਸ ਖੇਡ ਦੇ ਵਿੱਚੋਂ ਛੋਟੇ ਪਲੇਅਰ ਨੂੰ ਬਾਹਰ ਕਰ ਦਿੱਤਾ ਗਿਆ। ਫਿਰ ਨਾਲ ਇਹ ਕਿਹਾ ਗਿਆ ਹੈ ਕਿ ਜਿਹੜੇ L2 ਵਾਲੇ ਆ, ਮਸਲਨ ਠੇਕਿਆਂ ਦੇ ਕਾਰੋਬਾਰੀ ਹੈ ਜਿਹੜੇ, ਉਹ L1 ਚ ਸ਼ਾਮਲ ਨਹੀਂ ਹੋ ਸਕਦੇ, ਜਿਹੜੇ ਕਿ ਆਬਕਾਰੀ ਐਕਟ 1914 ਵਿੱਚ ਪੰਜਾਬ ਸ਼ਰਾਬ ਲਾਇਸੈਂਸ ਨਿਯਮ 1956 ਦਾ ਉਲੰਘਣ ਹੈ। ਦੇਖੋ ਇਹ ਚੀਜ਼ਾਂ ਇਹ ਦੱਸ ਰਹੇ ਨੇ। ਇਸ ਤੋਂ ਇਲਾਵਾ ਸਭ ਤੋਂ ਵੱਡੀ ਗੱਲ ਕਹਿ ਰਹੇ ਨੇ ਕਿ ਇਹਨਾਂ ਨੇ ਉਹੀ ਬੰਦੇ ਜਿਹੜੇ ਦਿੱਲੀ 'ਚ ਪਾਲਿਸੀ ਬਣਾ ਰਹੇ ਸੀ, ਉਹੀ ਬੰਦੇ ਇੱਥੇ ਲਿਆ ਕੇ ਹੋਟਲ ਵੀ ਦੱਸ ਰਹੇ, ਕਮਰਾ ਨੰਬਰ ਵੀ ਦੱਸ ਰਹੇ ਕਿ ਇੱਥੇ ਬੈਠ ਕੇ ਇਹਨਾਂ ਨੇ ਇਹ ਸਾਰੀ ਪਾਲਿਸੀ ਘੜੀ ਆ। ਜੇ ਉਸ ਪਾਲਿਸੀ ਦੇ ਵਿੱਚ ਊਣਤਾਈਆਂ ਸਾਬਤ ਹੋ ਰਹੀਆਂ ਨੇ ਜਾਂ ਵਾਪਸ ਲਈ ਜਾ ਰਹੀ ਹੈ ਤਾਂ ਫਿਰ ਇੱਥੇ ਵੀ ਜਾਂਚ ਪੜਤਾਲ ਕਰਾਰੋ। ਸੋ ਇਸੇ ਕਰਕੇ ਇਹਨਾਂ ਨੇ ਕਿਹਾ ਕਿ ਰਾਜਪਾਲ ਜੀ ਅਸੀਂ ਤੁਹਾਡੇ ਕੋਲੋਂ ਮੰਗ ਕਰਨੇ ਆ ਕਿ ਇੱਥੇ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ। ਪਰ ਹਾਲ ਦੀ ਘੜੀ ਆਮ ਆਦਮੀ ਪਾਰਟੀ ਨੇ ਇਹਨਾਂ ਇਲਜ਼ਾਮਾਂ ਤੇ ਕੋਈ ਠੋਸ ਜਵਾਬ ਨਹੀਂ ਦਿੱਤਾ। ਮੈਂ ਜਿਵੇਂ ਕਹਿ ਰਿਹਾ ਕਿ ਦੇਖੋ ਸਵਾਲ ਇਹਨਾਂ ਦੇ ਅਹਿਮ ਨੇ, ਇਹ ਨਹੀਂ ਆਪਾਂ ਕਹਿ ਸਕਦੇ ਕਿ ਅਕਾਲੀ ਚੁੱਕ ਰਹੇ ਨੇ, ਇਹਨਾਂ ਨੇ ਆਪਣੇ ਸਮੇਂ ਇਹ ਕੀਤਾ ਉਹ ਕੀਤਾ। ਆਪੋਜੀਸ਼ਨ ਦਾ ਕੰਮ ਹੈ, ਚਲੋ ਉਹਨਾਂ ਨੇ ਕਰਨਾ ਹੈ, ਉਹਨਾਂ ਨੇ ਰਾਜ ਕੀ ਕੀਤਾ ਆਪਦੇ ਚ, ਉਹਦੇ ਨਤੀਜੇ ਭੋਗ ਰਹੇ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹਨਾਂ ਨੂੰ ਠੋਸ ਜਵਾਬ ਦੇਣਾ ਚਾਹੀਦਾ। ਵੈਸੇ ਇੱਕ ਚੀਜ਼ ਹੈ ਕਿ ਲਿਕਰ ਸਸਤੀ ਹੋਈ ਇੱਥੇ, ਉਹ ਸਭ ਨੂੰ ਪਤਾ ਹੈ, ਪਰ ਜਿਵੇਂ ਲੁਧਿਆਣੇ ਵਰਗਾ ਸਰਕਲ ਹੈ ਉੱਥੇ ਦੁਬਾਰਾ ਫੇਰ ਵੱਧ ਗਈ, ਇਹ ਵੀ ਇੱਕ ਪੱਖ ਹੈ। ਸੋ ਗੱਲ ਇਹ ਆ ਕਿ ਇਹਨਾਂ ਨੂੰ ਸਾਰੀਆਂ ਚੀਜ਼ਾਂ ਸਾਫ਼ ਕਰਨੀਆਂ ਚਾਹੀਦੀਆਂ, ਕਿਉਂਕਿ ਇਹਦੇ ਤੇ ਕਮਸਾਨ ਕਾਫੀ ਮਚਿਆ ਹੋਇਆ ਕਿ ਇੱਕ ਪਾਸੇ ਉਹ ਕਹਿੰਦੇ ਤੂੰ ਸ਼ਰਾਬ ਦੀ ਗੱਲ ਕਰ, ਇਹ ਕਹਿੰਦੇ ਕਿ ਨਹੀਂ ਸ਼ਰਾਬ ਦੀ ਛੱਡ, ਤੋਂ ਪਹਿਲਾਂ ਸਮਣ ਦੀ ਗੱਲ ਕਰ ਕਿ ਸਮਣ ਲਿਆ ਕਿ ਨਹੀਂ ਹੈ ਔਰ ਜਾਣਾ ਕਿ ਨਹੀਂ ਜਾਣਾ। ਬਸ ਉੱਥੇ ਗਰਾਰੀ ਅੜੀ ਪਈ ਹੈ ਦੋਨਾਂ ਦੀ। ਜੀ ਤੇ ਮਿੰਟੂ ਜੀ, ਅੱਜ ਦੀ ਖੁਸ਼ਨੁਮਾ ਪ੍ਰੇਰਨਾਦਾਇਕ ਖਬਰ ਕੀ ਹੈ? ਬਿਲਕੁਲ ਜੀ, ਮੈਂ ਖੁਸ਼ਨੁਮਾ ਖਬਰ ਅੱਜ ਸਵੇਰੇ ਜਦੋਂ ਪੜ੍ਹ ਰਿਹਾ ਸੀਗਾ ਤਾਂ ਮੈਂ ਸੋਚਿਆ ਕਿ ਇਹ ਸ਼ੇਅਰ ਕਰਾਂਗਾ ਕਿ ਪਿਤਾ ਜਿਹੜੇ ਯਸ਼ਪਾਲ ਸੋਨਾਕੀਆ ਦੇ ਨਾਲ ਇੱਕ ਵਿਅਕਤੀ ਖਲੋਤਾ ਹੈ, ਮੁਸਕਰਾ ਰਹੇ ਦੋਨੇ। ਕਹਾਣੀ ਕੀ ਹੈ ਕਿ ਜਿਹੜਾ ਯਸ਼ ਹੈ ਉਹ ਅੱਖਾਂ ਤੋਂ ਮਤਲਬ ਕਿ ਦੇਖ ਨਹੀਂ ਸਕਦਾ, ਅੱਖਾਂ ਦੀ ਰੋਸ਼ਨੀ ਨਹੀਂ ਹੈ, ਮੁਸਕਰਾ ਰਿਹਾ ਆਪਣੇ ਪਿਤਾ ਦੇ ਨਾਲ। ਉਹ ਤਸਵੀਰ ਬੜੀ ਦਿਲ ਨੂੰ ਛੂਹਦੀ ਹੈ। ਤਾਂ ਉਸ ਬੰਦੇ ਨੇ ਮਾਈਕਰੋਸਾਫਟ ਦੇ ਵਿੱਚ ਤਕਰੀਬਨ 50 ਲੱਖ ਦਾ ਪੈਕੇਜ ਹਾਸਲ ਕੀਤਾ ਹੈ। ਵਾਹ ਜੀ। ਸੋ ਜਿਸ ਬੱਚੇ ਨੂੰ ਬਚਪਨ ਦੇ ਵਿੱਚ ਹਨੇਰਾ ਨਸੀਬ ਹੋਇਆ ਤਾਂ ਅਖੀਰ ਉਸਨੇ ਆਪਣੀ ਤਾਲੀਮ ਦੇ ਬਲ ਤੇ, ਆਪਣੀ ਇੱਛਾ ਸ਼ਕਤੀ ਦੇ ਬਲ ਤੇ ਐਡਾ ਵੱਡਾ ਪੈਕੇਜ ਹਾਸਲ ਕੀਤਾ। ਸੋ ਹੁਣ ਨੂੰ ਕੀ ਨਹੀਂ ਹੁੰਦਾ ਜੇ ਬੰਦਾ ਨੇਕ ਨੀਅਤ ਦੇ ਨਾਲ ਅੱਗੇ ਤੁਰੇ। ਵੈਸੇ ਆਪਾਂ ਨਾ ਬਹੁਤ ਕੁਝ ਹੋਣ ਦੇ ਬਾਵਜੂਦ ਕੁਝ ਚੀਜ਼ਾਂ ਨਾ ਹੋਣ ਦਾ ਅਫਸੋਸ ਇੰਨਾ ਕਰਦੇ ਆ ਕਿ ਉਹ ਚੀਜ਼ਾਂ ਜਿਨ੍ਹਾਂ ਨੇ ਸਾਨੂੰ ਅੱਗੇ ਲਿਜਾਣਾ ਹੁੰਦਾ ਹੈ ਨਾ, ਉਹ ਅੱਗੇ ਨਹੀਂ ਲਿਜਾ ਪਾਉਂਦੀਆਂ। ਤੇ ਮਿੰਟੂ ਜੀ ਦਾ ਕਹਿੰਦੇ ਕਿ ਇੱਕ ਪੈਰ ਛੋਟਾ ਸੀਗਾ। ਬਿਲਕੁਲ ਦੇਖ ਲਓ ਉਹ ਬੰਦੇ ਨੇ ਉਸ ਕਮਜ਼ੋਰੀ ਨੂੰ ਕਦੇ ਵੀ ਅੱਗੇ ਨਹੀਂ ਆਉਣ ਦਿੱਤਾ। ਜੋ ਉਹਦੇ ਕੋਲ ਸੀ ਤਾਂ ਦੇਖ ਲਓ 11 ਸੈਕਿੰਡ 'ਚ 15 ਪੰਚ ਜੜ ਦਿੰਦਾ ਸੀਗਾ। ਮੈਨੂੰ ਚੇਤਾ ਮਿੰਟੂ ਜੀ, ਇੱਕ ਦਿਨ ਤੁਸੀਂ ਇੱਕ ਹੋਰ ਖਬਰ ਸਾਂਝੀ ਕਰ ਰਹੇ ਸੀ, ਉਹਦੇ ਵਿੱਚ ਤੁਸੀਂ ਦੱਸਿਆ ਸੀ ਕਿ ਇੱਕ ਹੋਰ ਕਿਸੇ ਵਿਅਕਤੀ ਦੇ ਵਿੱਚ ਇਸੇ ਤਰ੍ਹਾਂ ਕੋਈ, ਜਿਹੜੀ ਅਸੀਂ ਆਮ ਤੌਰ ਤੇ ਮੰਨ ਲੈਂਦੇ ਹਾਂ ਵੀ ਕੋਈ ਘਾਟ ਹੈ ਕਿਉਂਕਿ ਕੋਈ ਕਿਸੇ ਤਰ੍ਹਾਂ ਦੀ ਕੋਈ ਡਿਸੇਬਿਲਿਟੀ ਹੁੰਦੀ ਆ, ਪਰ ਉਹਦੇ ਘਰਦਿਆਂ ਨੇ ਉਹਨੂੰ ਇੰਨਾ ਐਨਕਰੇਜ ਕੀਤਾ ਵੀ ਕੋਈ ਨਹੀਂ, ਇਹ ਤੂੰ ਬਿਲਕੁਲ ਠੀਕ ਠਾਕ ਹੈ, ਕੋਈ ਗੱਲ ਨਹੀਂ, ਤੂੰ ਸਭ ਕੁਝ ਕਰ ਸਕਦਾ। ਜਿਹੜਾ ਆਲੇ ਦੁਆਲੇ ਦਾ ਮਾਹੌਲ ਵੀ ਹੁੰਦਾ, ਰੋਡੋਲਫੋ ਵਿਲਮਾ ਜਿਹਨੇ 3 ਜਿੱਤੇ ਸੀਗੇ ਤਗਮੇ, ਜਿਹੜਾ ਆਲੇ ਦੁਆਲੇ ਦਾ ਮਾਹੌਲ ਹੁੰਦਾ ਉਹ ਵੀ ਬੰਦੇ ਨੂੰ ਬਹੁਤ ਇੰਪੋਰਟੈਂਟ ਹੁੰਦਾ ਕਿ ਜਿਹੜੇ ਲੋਕ ਤੁਹਾਡੇ ਨਾਲ ਕਿਹੜੇ ਖੜੇ ਨੇ ਤੇ ਕਿਹੜੇ ਤੁਹਾਨੂੰ ਕਿਸ ਹਿਸਾਬ ਦੇ ਨਾਲ ਇਨਕਰੇਜ ਕਰ ਰਹੇ ਨੇ, ਮੋਟੀਵੇਟ ਕਰ ਰਹੇ ਨੇ ਤੇ ਤੁਹਾਨੂੰ ਇਹ ਦੱਸਦੇ ਨੇ ਵੀ ਕੋਈ ਨਹੀਂ, ਕਿਸੇ ਤੋਂ ਘੱਟ ਨਹੀਂ ਲੱਗੇ ਰਹੋ। ਬਿਲਕੁਲ ਜੀ, ਬਿਲਕੁਲ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਕਹੀ ਹੈ ਤੁਸੀਂ ਕਿ ਮਾਹੌਲ ਜਿਹੜਾ ਹੈ ਨਾ ਉਹ ਬਹੁਤ ਕਾਰਗਰ ਹੁੰਦਾ ਹੈ। ਸੋ ਮਾਹੌਲ ਤੇ ਵੀ ਕਿਸੇ ਦਿਨ ਗੱਲ ਕਰਾਂਗੇ, ਪਰ ਮਾਹੌਲ ਜਿਹੜਾ ਹੈ ਉਹ ਬਣਾਉਣਾ ਪੈਂਦਾ। ਕਈ ਵਾਰ ਮਾਹੌਲ ਆਪਾਂ ਨੂੰ ਬਣਿਆ ਬਣਾਇਆ ਰੈਡੀਮੇਡ ਨਹੀਂ ਮਿਲਦਾ ਵਿੱਚ ਜੀ, ਉਹ ਵੀ ਬਣਾਉਣਾ ਪੈਂਦਾ।